ਕਿਰਪਾ ਪ੍ਰਭ ਦੀਨ ਦਿਆਲਾ। ਅੱਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1426 ਤੋਂ ਗੁਰੂ ਜੀ ਸੇਵਾ ਲੈ ਰਹੇ ਹੈ। 1426 ਤੋਂ। ਹੇ ਵਾਹਿਗੁਰੂ ਅਕਾਲ ਪੁਰਖ, ਮਿਹਰ ਕਰੋ ਸੱਚੇ ਪਿਤਾ, ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਤਾਕਤ ਬਖਸ਼ੋ ਵਾਹਿਗੁਰੂ। ਬਾਣੀ ਪੜ੍ਹੀ ਸਾਡੇ ਹਿਰਦਿਆਂ ਤੇ ਬਸੇ ਸੱਚੇ ਪਿਤਾ, ਬਾਣੀ ਸੁਣੀ ਸਾਡੇ ਹਿਰਦਿਆਂ ਤੇ ਬਸੇ। ਹੇ ਵਾਹਿਗੁਰੂ ਸਮਝ ਪੈ ਜੇ ਸਾਨੂੰ, ਸੋਝੀ ਪੈ ਜੇ, ਤੁਹਾਡੇ ਕਹਿਣੇ ਅਨੁਸਾਰ ਜ਼ਿੰਦਗੀ ਜੀਣੀ ਆ ਜੇ ਵਾਹਿਗੁਰੂ। ਮਿਹਰ ਕਰੋ, ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਤਾਕਤ ਬਖਸ਼ੋ ਸੱਚੇ ਪਿਤਾ ਜੀਓ। ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਇੱਕ ਹੈ, ਇੱਕ ਰਸ ਹੈ, ਇੱਕ ਰਸ ਵਿਆਪਕ ਹੈ। ਮਨੁੱਖ ਦੀ ਮੰਜ਼ਿਲ ਹੈ ਸਤਿਗੁਰੂ ਪ੍ਰਸਾਦ, ਉਸ ਇੱਕ ਵਿੱਚ ਅਭੇਦ ਹੋਣਾ। ਸਾਰੀ ਬਾਣੀ ਵਿੱਚ ਇਹ ਹੀ ਸਿੱਖਿਆ ਸਾਨੂੰ ਮਿਲਦੀ ਹੈ ਕਿ ਸਤਿਗੁਰੂ ਦੀ ਕਿਰਪਾ ਲੈ ਕੇ ਉਸ ਨਾਲ ਮਿਲ, ਉਸ ਵਰਗਾ ਹੋ ਜਿਸ ਵਰਗਾ ਹੋਰ ਕੋਈ ਨਹੀਂ। ਇਹ ਹੀ ਸਾਨੂੰ ਗੁਰਬਾਣੀ ਸਮਝਾਉਂਦੀ ਹੈ ਕਿ ਹੇ ਮਨੁੱਖ, ਤੂੰ ਉਹ ਜੋ ਇੱਕ ਹੈ, ਜਿਹਦੇ ਵਰਗਾ ਕੋਈ ਦੂਜਾ ਨਹੀਂ, ਜੋ ਇੱਕ ਰਸ ਵਿਆਪਕ ਹੈ, ਹਰ ਇੱਕ ਦੇ ਵਿੱਚ ਹੈ। ਤੂੰ ਵੀ ਉਸ ਵਰਗਾ ਹੋ, ਤੂੰ ਉਸ ਦੇ ਨਾਲ ਇੱਕ ਮਿੱਕ ਹੋ, ਉਸ ਵਰਗਾ ਹੋ ਕੇ ਉਹਦੇ ਨਾਲ ਮਿਲ, ਜਿਹਦੇ ਨਾਲੋਂ ਤੂੰ ਵਿਛੜ ਕੇ ਆਇਆ। ਸ਼ਲੋਕ ਮਹੱਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਕਹੋ ਨਾਨਕ ਹਰਿ ਭਜ ਮਨਾ, ਜਹ ਬਿਦ ਜਲ ਕੋ ਮੀਨ। ਵਾਹਿਗੁਰੂ ਜੀ, ਵਾਹਿਗੁਰੂ ਨੌਵੇਂ ਪਾਤਸ਼ਾਹ ਜੀ ਸਾਨੂੰ ਕੀ ਸਮਝਾ ਰਹੇ ਹੈ। ਗੁਣ ਗੋਬਿੰਦ ਗਾਇਓ ਨਹੀਂ। ਐ ਇਨਸਾਨ, ਤੈਨੂੰ ਜੋ ਕੁਝ ਉਸ ਪਰਮਾਤਮਾ ਨੇ ਦਿੱਤਾ ਹੈ, ਤੂੰ ਉਸ ਦੀਆਂ ਦਿੱਤੀਆਂ ਦਾਤਾਂ ਲੈ ਕੇ ਉਸ ਦਾ ਧੰਨਵਾਦ ਕਿਉਂ ਨਹੀਂ ਕਰਦਾ। ਐ ਮਨੁੱਖ, ਤੈਨੂੰ ਉਸ ਪਰਮਾਤਮਾ ਨੇ ਬਹੁਤ ਕੁਛ ਦਿੱਤਾ ਹੈ। ਤੈਨੂੰ ਮਨੁੱਖਾ ਸਰੀਰ ਦੇਤਾ। ਸਭ ਤੋਂ ਪਹਿਲੀ ਗੱਲ ਤਾਂ ਇਹ ਹੈ, ਸਭ ਤੋਂ ਵੱਡੀ ਗੱਲ ਤਾਂ ਇਹ ਹੈ, ਤੈਨੂੰ ਮਨੁੱਖਾ ਜਨਮ ਦੇਤਾ ਉਸ ਅਕਾਲ ਪੁਰਖ ਨੇ। ਤੇ ਤੂੰ ਉਹ ਤੋਂ ਉਹਦੀਆਂ ਦਾਤਾਂ ਦਿੱਤੀਆਂ ਤਾਂ ਲੈ ਲਈਆਂ, ਪਰ ਉਸ ਦਾ ਥੈਂਕ ਯੂ, ਧੰਨਵਾਦ, ਉਹਨੂੰ ਯਾਦ ਕਿਉਂ ਨਹੀਂ ਕਰਦਾ। ਤੂੰ ਉਸ ਦੇ ਗੁਣ ਕਿਉਂ ਨਹੀਂ ਗਾਉਂਦਾ। ਤੈਨੂੰ ਸਾਰੇ ਉਹਦੇ ਗੁਣਾਂ ਦਾ ਵੀ ਪਤਾ ਹੈ, ਤੈਨੂੰ ਸਾਰਾ ਪਤਾ ਵੀ ਉਹ ਨਿਰਵੈਰ ਹੈ, ਨਿਰਭਉ ਹੈ, ਤੈਨੂੰ ਸਭ ਪਤਾ ਵੀ ਹੈ ਉਹਦੇ ਬਾਰੇ, ਵੀ ਉਹ ਬਹੁਤ ਵੱਡਾ ਹੈ, ਬਹੁਤ ਸਭ ਕੁਛ ਕਰਨ ਕਰਾਵਣ ਦੇ ਯੋਗ ਹੈ ਭਾਈ। ਪਰ ਤੂੰ ਫਿਰ ਵੀ ਉਹਦੇ ਗੁਣ ਕਿਉਂ ਨਹੀਂ ਗਾਉਂਦਾ। ਗੁਰੂ ਜੀ ਸਾਨੂੰ ਸਵਾਲ ਕਰ ਰਹੇ, ਸਾਨੂੰ ਪੁੱਛ ਰਹੇ ਹੈ। ਐ ਮਨੁੱਖ, ਤੂੰ ਦੱਸ ਤਾਂ ਸਹੀ, ਤੂੰ ਉਹਦੇ ਗੁਣ ਗਾ ਕਿਉਂ ਨਹੀਂ ਰਿਹਾ। ਤੈਨੂੰ ਕੀ ਪ੍ਰੋਬਲਮ ਹੈ ਉਹਦੇ ਗੁਣ ਗਾਉਣ 'ਚ। ਤੂੰ ਉਹਦੀਆਂ ਦਾਤਾਂ ਤਾਂ ਲੈ ਲਈਆਂ, ਸਭ ਕੁਛ ਲੈ ਲਿਆ ਤੂੰ, ਤੈਨੂੰ ਉਹਦੇ ਬਾਰੇ ਪਤਾ ਵੀ ਹੈ ਵੀ ਉਹ ਬਹੁਤ ਵੱਡਾ ਹੈ, ਪਰ ਤੂੰ ਫਿਰ ਵੀ ਉਹਦੇ ਗੁਣ ਕਿਉਂ ਨਹੀਂ ਗਾ ਰਿਹਾ। ਜਨਮ ਅਕਾਰਥ ਕੀਨ। ਗੁਰੂ ਜੀ ਅੱਗੇ ਕਹਿੰਦੇ, ਜਨਮ ਅਕਾਰਥ ਕੀਨ। ਤੂੰ ਆਪਣਾ ਸਾਰਾ ਜਨਮ ਵਿਅਰਥ ਗਵਾ ਦਿੱਤਾ। ਤੂੰ ਉਸ ਦੀਆਂ ਦਿੱਤੀਆਂ ਦਾਤਾਂ ਵਰਤ ਰਿਹਾ ਹੈ, ਪਰ ਤੂੰ ਉਹਨੂੰ ਯਾਦ ਨਹੀਂ ਕਰਦਾ। ਤੇ ਜਨਮ ਅਕਾਰਥ ਕੀਨ, ਤੂੰ ਆਪਣਾ ਸਾਰਾ ਜਨਮ ਬੇਅਰਥ ਗਵਾ ਦਿੱਤਾ। ਤੂੰ ਉਸ ਦੇ ਗੁਣ ਗਾਏ ਹੀ ਨਹੀਂ। ਗੁਣ ਗਾਉਣ ਤੋਂ ਬਿਨਾਂ ਹੀ ਸਾਰੀ ਜ਼ਿੰਦਗੀ ਕੱਢਤੀ ਤੂੰ, ਸਾਰੀ ਉਮਰ ਕੱਢਤੀ। ਜਿਸ ਨੇ ਤੇਰੀ ਐਡੀ ਤੇਰੇ ਤੇ ਕਿਰਪਾ ਕੀਤੀ,
ਤੂੰ ਬਾਹਰ ਦੇ ਜਿੰਨੇ ਮਰਜ਼ੀ ਪਦਾਰਥ ਭੋਗ ਲਏ, ਪਰ ਜੇ ਤੂੰ ਉਸ ਪਰਮਾਤਮਾ ਦੇ ਗੁਣ ਨਹੀਂ ਨਾ ਗਾਏ, ਭਾਵੇਂ ਤੂੰ 100 ਸਾਲ ਰਾਜ ਕੀਤਾ ਹੋਵੇ ਇਸ ਦੁਨੀਆ 'ਤੇ, ਤੇਰੇ ਕੋਲ ਹਰ ਇੱਕ ਚੀਜ਼ ਹੋਵੇ, ਕੋਈ ਦੁਨਿਆਵੀ ਚੀਜ਼ ਇਹੋ ਜਿਹੀ ਨਾ ਹੋਵੇ ਜਿਹੜੀ ਤੇਰੇ ਕੋਲ ਹੈ ਨਹੀਂ, ਸਾਰੀਆਂ ਚੀਜ਼ਾਂ ਦੇ ਤੂੰ ਰਸ ਭੋਗ ਲਏ, ਤੂੰ ਰਾਜਾ ਵੀ ਬਣ ਰਿਹਾ, ਪਰ ਤੂੰ ਖਾਲੀ ਦਾ ਖਾਲੀ ਜਾਏਗਾ ਇੱਥੋਂ ਜੇ ਤੂੰ ਉਸ ਪ੍ਰਭੂ ਪਰਮਾਤਮਾ ਦੇ ਗੁਣ ਨਾ ਗਾਏ, ਜੇ ਤੂੰ ਉਹ ਦੁਨੀਆ ਦੇ ਮਾਲਕ ਦੇ ਗੁਣ ਨਾ ਗਾਏ ਜੋ ਉਸਤਤ ਦੇ ਯੋਗ ਹੈ, ਜੋ ਸਾਰੀਆਂ ਚੀਜ਼ਾਂ ਦਾ ਮਾਲਕ ਹੈ। ਭਾਈ ਤੂੰ ਕਿੱਡਾ ਮਰਜ਼ੀ ਇੱਥੇ ਆਪਣੇ ਆਪ ਨੂੰ ਧੰਨਵਾੜ ਖਵਾ ਲਾ, ਕਿੰਨੇ ਮਰਜ਼ੀ ਤੈਨੂੰ ਇੱਥੇ ਲੋਕ ਸਲਾਮਾਂ ਕਰਦੇ ਹੋਣ, ਤੂੰ ਰਾਜਾ ਵੀ ਕਿਉਂ ਨਾ ਹੋਵੇਂ, ਪਰ ਜੇ ਤੂੰ ਉਸ ਦੇ ਗੁਣ ਨਾ ਗਾਏ ਤਾਂ ਤੂੰ ਇੱਥੋਂ ਖਾਲੀ ਦਾ ਖਾਲੀ ਹੀ ਜਾਏਗਾ। ਸਾਨੂੰ ਗੁਰੂ ਜੀ ਵਾਰੀ ਇਹੀ ਸਮਝਾਉਂਦੇ ਹੈ ਕਿ ਉਸ ਵਾਹਿਗੁਰੂ ਦੀ ਯਾਦ ਕਰ, ਤੂੰ ਭਾਈ ਉਸ ਵਾਹਿਗੁਰੂ ਨੂੰ ਯਾਦ ਕਰ। ਇਸ ਸ਼ਬਦ ਵਿੱਚ ਸਾਨੂੰ ਯਾਦ ਕਰਾਉਣਾ ਸਿਖਾਉਂਦੇ ਆ, ਭਾਈ ਤੂੰ ਉਹਨੂੰ ਯਾਦ ਕਰ। ਜਿਵੇਂ ਗੁਰੂ ਜੀ ਦਾ ਸ਼ਬਦ ਹੈ, ਮਾਨਸ ਜਨਮ ਦੁਰਲੱਭ ਹੈ, ਹੋਏ ਨਾ ਬਾਰੋ ਬਾਰ, ਜਿਉ ਬਨ ਫਲ ਪਾਕੈ ਭੋਏ ਗਿਰੈ, ਬਹੁਰ ਨਾ ਲਾਗੈ ਡਾਰ। ਐ ਮਨੁੱਖ, ਤੈਨੂੰ ਕਿਉਂ ਸਮਝ ਨਹੀਂ ਆਉਂਦੀ? ਤੂੰ ਉਸ ਇੱਕ ਦੇ ਨਾਲ ਜੁੜ, ਤੂੰ ਇੱਕ ਦੇ ਗੁਣ ਗਾ ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਜਿਹਨੇ ਤੇਰੇ ਤੇ ਰਹਿਮਤ ਕਰਕੇ, ਦਇਆ ਕਰਕੇ ਤੈਨੂੰ ਮਨੁੱਖਾ ਜਨਮ ਦਿੱਤਾ ਹੈ। ਪਰ ਇਹ ਜਨਮ ਵੀ ਤੈਨੂੰ ਉਸ ਪ੍ਰਭੂ ਪਰਮਾਤਮਾ ਨਾਲ ਮਿਲਣ ਨੂੰ ਦਿੱਤਾ। ਤੇਰੀ ਵਾਰੀ ਹੈ ਭਾਈ ਮਿਲਣ ਦੀ। ਭਈ ਪ੍ਰਾਪਤ ਮਾਨੁਖ ਦੇ ਹਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਮਨੁੱਖਾ ਜਨਮ ਤੈਨੂੰ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਤੂੰ ਇਹ ਵਾਰੀ ਆਪਣੇ ਹੱਥੋਂ ਅਜਾਈ ਨਾ ਗਵਾ। ਫਿਰ ਗੁਰੂ ਜੀ ਸਾਨੂੰ ਇਹ ਵੀ ਸਮਝਾਉਂਦੇ ਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਜੀ ਸਾਨੂੰ ਕਹਿੰਦੇ ਤੂੰ ਇੱਥੇ ਜਿੰਨੇ ਮਰਜ਼ੀ ਹੋਰ ਕੰਮ ਕਰਦਾ ਫਿਰਦਾ, ਪਰ ਤੇਰਾ ਉਸ ਪ੍ਰਭੂ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਇਹ ਨਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਜਪਣ ਤੋਂ ਬਿਨਾਂ ਤੂੰ ਕਿੰਨੇ ਮਰਜ਼ੀ ਕੰਮ ਕਰਦਾ, ਕੁਛ ਮਰਜ਼ੀ ਕਰਦਾ, ਭਾਈ ਤੇਰੇ ਕਿਸੇ ਕੰਮ ਨਹੀਂ ਆਉਣੇ। ਤੂੰ ਉਸ ਨੂੰ ਯਾਦ ਰੱਖ ਜੋ ਸਾਰਾ ਕੁਛ ਦੇਣ ਦੇ ਯੋਗ ਹੈ, ਜੋ ਸਭ ਕੁਛ ਕਰਨ ਕਰਾਉਣ ਯੋਗ ਹੈ। ਤੂੰ ਉਹਨੂੰ ਆਪਣੇ ਮਨ ਦੇ ਵਿੱਚ ਵਸਾ, ਤੂੰ ਉਹਦੀ ਵਡਿਆਈ ਕਰ, ਤੂੰ ਉਹਦੀ ਵਾਹ ਵਾਹ ਕਰ। ਤੂੰ ਦੁਨੀਆ ਦੀ ਵਾਹ ਵਾਹ ਛੱਡ ਕੇ ਉਸ ਇੱਕ ਦੀ ਵਾਹ ਵਾਹ ਕਰ। ਸਾਨੂੰ ਗੁਰੂ ਜੀ ਕਿੰਨਾ ਜ਼ੋਰ ਦੇ ਕੇ ਸਮਝਾ ਰਹੇ ਹੈ, ਕਿੰਨੇ ਪਿਆਰ ਨਾਲ ਸਮਝਾ ਰਹੇ ਹੈ। ਸਾਡੇ ਵਾਸਤੇ ਕਿੰਨਾ ਜ਼ਿਆਦਾ ਉਹਨਾਂ ਨੇ ਮਿਹਨਤ ਕਰਕੇ ਸਾਨੂੰ ਲਿਖ ਕੇ ਦੇ ਕੇ ਗਏ ਹੈ। ਮਨੁੱਖ ਤੂੰ ਸਮਝ, ਤੂੰ ਸਮਝ ਭਾਈ, ਤੂੰ ਉਸ ਦੇ ਨਾਲ ਜੁੜ। ਵਾਹਿਗੁਰੂ। ਗੁਰੂ ਜੀ ਕਹਿੰਦੇ ਤੂੰ ਉਸ ਨੂੰ ਜਪ, ਤੂੰ ਇੱਕ ਨੂੰ ਜਪ ਜਿਸ ਨੇ ਤੈਨੂੰ ਮਨੁੱਖਾ ਜਨਮ ਦਿੱਤਾ ਹੈ ਤੇ ਤੂੰ ਦੁਰਲੱਭ ਦੇਹ ਪਾਈ ਹੈ। ਵਾਹਿਗੁਰੂ, ਇਹ ਦੁਰਲੱਭ ਦੇਹ ਹੈ ਜੋ ਬਹੁਤ ਔਖੀ ਤੇ ਮੁਸ਼ਕਲ ਨਾਲ ਮਿਲਦੀ ਹੈ। ਉਹ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਦਇਆ ਕੀਤੀ, ਰਹਿਮਤ ਕੀਤੀ, ਸਾਨੂੰ ਮਨੁੱਖਾ ਜਨਮ ਮਿਲਿਆ। ਤੇ ਭਾਈ ਤੂੰ ਇਹ ਮਨੁੱਖਾ ਜਨਮ ਬੜੇ ਵੱਡੇ ਭਾਗਾਂ ਨਾਲ ਮਿਲਦਾ, ਤੂੰ ਇਹਨੂੰ ਅਜਾਈ ਨਾ ਗਵਾ। ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪਿਆ ਤੇ ਆਤਮਘਾਤੀ। ਗੁਰੂ ਜੀ ਕਹਿੰਦੇ ਗੁਣ ਗੋਬਿੰਦ ਗਾਇਓ ਨਹੀਂ। ਤੂੰ ਕਿਉਂ ਨਹੀਂ ਗਾਉਂਦਾ ਦੱਸ ਤਾਂ ਸਹੀ, ਤੂੰ ਉਸ ਨੂੰ ਕਿਉਂ ਨਹੀਂ ਧਿਆਉਂਦਾ, ਤੂੰ ਉਸ ਦੀ ਕਿਉਂ ਨਹੀਂ ਯਾਦ ਕਰਦਾ। ਗੋਬਿੰਦ ਦੇ ਗੁਣ ਨੂੰ ਗਾਇਆ ਕਰ। ਸਾਨੂੰ ਸਵਾਲ ਕੀਤਾ ਗੁਰੂ ਜੀ ਨੇ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਤੂੰ ਦੱਸ ਤਾਂ ਸਹੀ, ਤੂੰ ਕਿਉਂ ਨਹੀਂ ਉਸ ਨੂੰ ਗਾ ਰਿਹਾ, ਤੂੰ ਕਿਉਂ ਨਹੀਂ ਉਸ ਨੂੰ ਯਾਦ ਕਰ ਰਿਹਾ। ਤੇਰਾ ਸਾਰਾ ਜਨਮ ਬੇਕਾਰ ਚਲਾ ਗਿਆ ਉਸ ਦੀ ਯਾਦ ਤੋਂ ਬਿਨਾਂ। ਬੇਸ਼ੱਕ ਤੂੰ ਲੱਖਾਂ ਕਰੋੜਾਂ ਪ੍ਰਾਪਰਟੀਆਂ ਦਾ ਮਾਲਕ ਹੈ, ਬੇਸ਼ੱਕ ਤੇਰਾ ਸਰੀਰ ਬਹੁਤ ਸੋਹਣਾ ਹੈ, ਬੇਸ਼ੱਕ ਤੂੰ ਤੰਦਰੁਸਤ ਹੈ, ਤੂੰ ਜ਼ੋਰਵਾਨ ਹੈ, ਬਹੁਤ ਤਕੜਾ ਹੈ, ਤੂੰ 100 ਸਾਲ ਰਾਜ ਵੀ ਕਰ ਹਟਿਆ, ਤੂੰ ਰਾਜਾ ਵੀ ਬਣ ਹਟਿਆ, ਲੋਕ ਤੈਨੂੰ ਸਲਾਮਾਂ ਵੀ ਕਰਦੇ ਆ, ਲੋਕ ਤੇਰੀ ਗੱਲ ਵੀ ਮੰਨਦੇ ਆ,
ਪਰ ਜੇ ਤੂੰ ਉਹ ਇੱਕ ਦੀ ਯਾਦ ਨਾਲ ਨਹੀਂ ਜੁੜਿਆ, ਸਭ ਬੇਅਰਥ, ਸਭ ਬੇਅਰਥ। ਹੁਣ ਅਸੀਂ, ਸਾਡੀ ਅੱਜ ਮੱਤ ਕਿਹੋ ਜਿਹੀ ਹੋਈ ਪਈ ਹੈ, ਅਸੀਂ ਇਹ ਸੋਚ ਲੈਂਦੇ ਹਾਂ ਕਿ ਉਹ ਬੰਦਾ ਤਾਂ ਬਹੁਤ ਚੰਗੀ ਕਿਸਮਤ ਵਾਲਾ ਹੈ ਜਿਹਦੇ ਕੋਲੇ ਪੈਸਾ ਜ਼ਿਆਦਾ ਹੋਵੇ, ਵੱਡੀ ਕੋਠੀ ਹੋਵੇ, ਗੱਡੀ ਹੋਵੇ, ਹੋਰ ਵੱਧ ਤੋਂ ਵੱਧ ਬੱਚੇ ਸੈੱਟ ਹੋਏ ਹੋਣ, ਆਪੋ ਆਪਣਾ ਕੋਈ ਕੰਮ ਕਾਰ ਦੇ ਵਿੱਚ ਸੈੱਟ ਹੋਏ ਹੋਣ, ਬਿਜ਼ਨਸ 'ਚ ਜਾਂ ਕੋਈ ਜੋਬ ਦੇ ਵਿੱਚ, ਤੇ ਅਸੀਂ ਕਹਿ ਦਿੰਦੇ ਹਾਂ ਵੀ ਇਹ ਤਾਂ ਬਈ ਬਹੁਤ ਸੁਖੀ ਹੈ, ਇਹ ਤਾਂ ਚੰਗੀ ਕਿਸਮਤ ਵਾਲਾ, ਸਭ ਕੁਛ ਇਹਦੇ ਕੋਲੇ ਹੈ। ਪਰ ਗੁਰੂ ਨਾਨਕ ਦੇਵ ਜੀ ਨੇ ਇਹ ਵੀ ਸਭ ਕੁਝ ਠੁਕਰਾ ਦਿੱਤਾ। ਇਹ ਵੀ ਕਹਿੰਦੇ ਭਾਈ ਕਿਸੇ ਕੰਮ ਨਹੀਂ। ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਮਝਾਇਆ, ਜੇ ਜੁਗ ਚਾਰੇ ਆਰਜਾ, ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨੌ ਰਖਾਏ ਕੈ, ਜਸ ਕੀਰਤ ਜਗ ਲੇਹੇ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ। ਲੈ ਸੁਣ ਲਈਏ ਹੁਣ ਧਿਆਨ ਨਾਲ ਆਪਾਂ। ਵਾਹਿਗੁਰੂ ਵਾਹਿਗੁਰੂ, ਜੇ ਉਸ ਪ੍ਰਭੂ ਪਰਮਾਤਮਾ ਦੀ ਤੂੰ ਨਜ਼ਰ ਵਿੱਚ ਨਹੀਂ ਨਾ, ਜੇ ਤੂੰ ਉਹਨੂੰ ਯਾਦ ਨਹੀਂ ਕਰਦਾ, ਉਹਦੀ ਵਡਿਆਈ ਨਹੀਂ ਕਰਦਾ, ਤਾਂ ਇਹ ਸਭ ਕੁਛ ਭਾਈ ਬੇਕਾਰ ਹੈ, ਕਿਸੇ ਕੰਮ ਨਹੀਂ। ਇਹਦਾ ਮਤਲਬ ਇਹੀ ਬਣਦਾ, ਤੂੰ ਪਰਮਾਤਮਾ ਦੇ ਗੁਣਾਂ ਨੂੰ, ਤੂੰ ਸ਼ਬਦ ਪੜ੍ਹ, ਤੂੰ ਕੀਰਤਨ ਕਰ, ਤੂੰ ਉਹਦੇ ਗੁਣ ਗਾਇਨ ਕਰ, ਤੂੰ ਉਹਦੀਆਂ ਉਸਤਤਾਂ ਸੁਣ। ਇਹ ਕੰਨਾਂ ਨਾਲ, ਇਹ ਕੰਨ ਦਿੱਤੇ ਆ ਸਾਨੂੰ ਉਹ ਵਾਹਿਗੁਰੂ ਦੀਆਂ ਉਸਤਤਾਂ ਸੁਣਨ ਨੂੰ, ਉਹ ਅਕਾਲ ਪੁਰਖ ਦਾ ਕੀਰਤਨ ਸੁਣਨ ਨੂੰ, ਅਕਾਲ ਪੁਰਖ ਦਾ ਕੀਰਤਨ ਗਾਇਨ ਕਰੀਏ, ਵਾਹਿਗੁਰੂ ਦੀਆਂ ਉਸਤਤਾਂ ਕਰੀਏ, ਉਹਦੇ 'ਤੇ ਵਿਚਾਰਾਂ ਕਰ ਲਈਏ, ਅਸੀਂ ਸ਼ਬਦ ਪੜ੍ਹ ਕੇ ਵਿਚਾਰ ਕਰ ਲਈਏ। ਤੂੰ ਉਸ ਨੂੰ ਗਾ, ਗੁਰੂ ਜੀ ਕਹਿੰਦੇ, ਜਿਹੜਾ ਤੇਰੇ ਭਾਈ ਥਾਂ ਪਊਗਾ, ਉਹ ਪ੍ਰਭੂ ਪਰਮਾਤਮਾ ਦਾ ਨਾਮ ਜਪ। ਵਾਹਿਗੁਰੂ ਪਰਮਾਤਮਾ ਦੀ ਕਿਰਪਾ ਹੋਊਗੀ ਫਿਰ ਤੇਰੇ ਤੇ, ਫਿਰ ਉਸ ਵਾਹਿਗੁਰੂ ਸੱਚੇ ਪਾਤਸ਼ਾਹ ਨਾਲ ਪ੍ਰੇਮ ਪਊਗਾ, ਅੰਦਰੋਂ ਪ੍ਰੇਮ ਜਾਗੂਗਾ। ਜਦੋਂ ਅਸੀਂ ਉਸਦੀ ਉਸਤਤ ਸੁਣਾਂਗੇ, ਉਸਦੇ ਸ਼ਬਦ ਨੂੰ ਗਾਇਨ ਕਰਾਂਗੇ, ਉਹਦੀ ਵਿਚਾਰ ਕਰਾਂਗੇ, ਫਿਰ ਸਾਡਾ ਹਿਰਦਾ ਅੰਦਰੋਂ ਕੁਰਲਾ ਉੱਠੂਗਾ, ਵਾਹ ਓਏ ਮਨਾ, ਤੂੰ ਤਾਂ ਦੁਨਿਆਵੀ ਕੰਮਾਂ ਵਿੱਚ ਹੀ ਉਲਝ ਰਿਹਾ, ਗੁਰੂ ਤਾਂ ਮੇਰਾ ਐਡਾ ਵੱਡਾ ਹੈ, ਉਹ ਤਾਂ ਪਰਮਾਤਮਾ ਅਕਾਲ ਪੁਰਖ ਬਹੁਤ ਵੱਡਾ ਹੈ, ਮੈਂ ਕਿੱਥੇ ਭੁੱਲਿਆ ਰਿਹਾ। ਫਿਰ ਸਾਡੇ ਤੇ ਉਸ ਪਰਮਾਤਮਾ ਦੀ ਕਿਰਪਾ ਹੋਊਗੀ, ਅੰਦਰੋਂ ਵਿਰਾਗ ਜਾਗੂਗਾ ਉਸ ਪ੍ਰਤੀ। ਉਸ ਵਾਹਿਗੁਰੂ ਨੂੰ ਹਰ ਕੋਈ ਗਾ ਰਿਹਾ। ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰਾਂਗੇ ਨਾ, ਤਾਂ ਗੁਰੂ ਨਾਨਕ ਦੇਵ ਜੀ ਇਹਦੇ 'ਚ ਸਾਨੂੰ ਇਹ ਵੀ ਦੱਸ ਰਹੇ ਹੈ, ਗਾਵਨ ਤੁਧਨੋ ਪਵਨ ਪਾਣੀ ਬੈਸੰਤ, ਰਹੇ ਅਕਾਲ ਪੁਰਖ ਤੈਨੂੰ ਤਾਂ ਹਵਾ ਗਾ ਰਹੀ ਹੈ, ਵਾਹਿਗੁਰੂ ਪਾਣੀ ਗਾ ਰਿਹਾ ਹੈ ਸੱਚੇ ਪਾਤਸ਼ਾਹ। ਗਾਵੈ ਰਾਜਾ ਧਰਮ ਦੁਆਰੇ, ਵਾਹਿਗੁਰੂ ਹੇ ਪਰਮਾਤਮਾ ਤੈਨੂੰ ਤਾਂ ਧਰਮ ਰਾਜਾ ਗਾਉਂਦਾ ਫਿਰਦਾ, ਤੈਨੂੰ ਤਾਂ ਚਿੱਤਰਗੁਪਤ ਗਾਉਂਦਾ ਫਿਰਦਾ, ਵਾਹਿਗੁਰੂ ਤੈਨੂੰ ਪੰਛੀ ਗਾਉਂਦੇ ਆ, ਚਿੜੀਆਂ ਚਹਿ ਚੜਾ ਕਰਦੀਆਂ, ਉਹ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਤੇਰਾ ਨਾਮ ਜਪਦੀਆਂ, ਵਾਹਿਗੁਰੂ ਹੇ ਪਰਮਾਤਮਾ। ਗਾਵਨ ਤੁਧਨੋ ਸੁਰਗ ਮੱਛ ਪਿਆਲੇ, ਹੇ ਸੱਚੇ ਪਿਤਾ ਜੀਓ ਤੁਹਾਨੂੰ ਤਾਂ ਸੁਰਗ ਮੱਛ ਪਿਆਲੇ ਗਾਉਂਦੇ ਆ, ਵਾਹਿਗੁਰੂ ਤੈਨੂੰ ਦੇਵਤੇ ਗਾਉਂਦੇ ਆ, ਵਾਹਿਗੁਰੂ ਦੇਵੀਆਂ ਗਾਉਂਦੀਆਂ ਤੈਨੂੰ, ਸੱਚੇ ਪਿਤਾ ਤੈਨੂੰ ਇੰਦਰ ਗਾਉਂਦਾ, ਵਾਹਿਗੁਰੂ ਵਾਹਿਗੁਰੂ ਤੈਨੂੰ ਸਾਰੇ ਹੀ ਤੈਨੂੰ ਗਾ ਰਹੇ ਆ, ਹੇ ਸੱਚੇ ਪਿਤਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਕਹਿੰਦੇ, ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨਾ ਆਵਨ, ਵਾਹਿਗੁਰੂ 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 ਐ ਅਕਾਲ ਪੁਰਖ ਤੈਨੂੰ ਹੋਰ ਪਤਾ ਨਹੀਂ ਕਿੰਨੇ ਕੁ ਗਾ ਰਹੇ ਆ, ਵਾਹਿਗੁਰੂ। ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੇ ਚਿੱਤ ਵਿੱਚ ਨਹੀਂ, ਵਾਹਿਗੁਰੂ ਵਾਹਿਗੁਰੂ। ਅਸੀਂ ਕਿਉਂ ਨਾ ਉਸ ਐਡੇ ਵੱਡੇ ਅਕਾਲ ਪੁਰਖ ਨੂੰ ਗਾਈਏ, ਅਸੀਂ ਕਿਉਂ ਨਾ ਉਹਦੀ ਵਾਹ ਵਾਹ ਕਰੀਏ, ਕਿਉਂ ਹੈ ਵਾਹ ਵਾਹ ਦੇ ਯੋਗ, ਉਹ ਧੰਨਤਾ ਦੇ ਯੋਗ ਹੈ, ਉਹ ਵਡਿਆਈ ਦੇ ਯੋਗ ਹੈ। ਹੁਣ ਇਹ ਸਭ ਕੁਛ ਸਮਝ ਕੇ ਪੜ੍ਹ ਕੇ ਅਸੀਂ ਆਪਣੇ ਮਨ ਨੂੰ ਸਮਝਾਉਣਾ, ਮਨ 'ਚ ਵਿਚਾਰਾਂ ਚਲਾਉਣੀਆਂ, ਇਹ ਸਭ ਕੁਝ ਵੇਖਣਾ ਹੈ, ਸਮਝਣਾ ਹੈ। ਫਿਰ ਮਨ ਨੂੰ ਕਹਿਣਾ ਹੈ, ਮੇਰੇ ਮਨ
ਤੂੰ ਵੀ ਉਸ ਨੂੰ ਕਦੇ ਯਾਦ ਨਹੀਂ ਕੀਤਾ। ਤੂੰ ਕਿਉਂ ਨਹੀਂ ਯਾਦ ਕਰਦਾ? ਤੂੰ ਉਸ ਨੂੰ ਯਾਦ ਕਰ ਜਿਹਨੂੰ ਸਾਰੇ ਯਾਦ ਕਰ ਰਹੇ ਆ। ਤੂੰ ਵੀ ਉਹਦੇ ਗੁਣ ਗਾ। ਸਾਨੂੰ ਗੁਰੂ ਜੀ ਕਹਿੰਦੇ ਤੂੰ ਕਿਉਂ ਨਹੀਂ ਉਹਦੇ ਗੁਣ ਗਾ ਰਿਹਾ? ਹੁਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਜ ਦੇ ਸਾਨੂੰ ਸਵਾਲ ਕਰ ਰਹੇ ਆ, ਗੁਣ ਗੋਬਿੰਦ ਗਾਇਓ ਨਹੀਂ, ਤੂੰ ਕਿਉਂ ਨਹੀਂ ਗਾ ਰਿਹਾ ਮੇਰੇ ਮਨ, ਜਿਹਨੂੰ ਸਾਰੇ ਇੰਨੇ ਜ਼ਿਆਦਾ ਗਾ ਰਹੇ ਆ। ਤੂੰ ਉਸ ਨੂੰ ਕਦੇ ਯਾਦ ਨਹੀਂ ਕੀਤਾ, ਉਹਦੇ ਗੁਣ ਗਾਏ ਨਹੀਂ, ਤੇ ਫਿਰ ਤੇਰੀ ਸਾਰੀ ਜ਼ਿੰਦਗੀ ਵਿਅਰਥ ਚਲੀ ਜਾਊਗੀ। ਤੂੰ ਆਪਣੀ ਜ਼ਿੰਦਗੀ ਵਿਅਰਥ ਹੀ ਗਵਾ ਦੇਂਗਾ। ਐ ਮੇਰੇ ਮਨ ਸਮਝ, ਤੂੰ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾ। ਤੂੰ ਉਸ ਨੂੰ ਉਹਦੇ ਸ਼ਬਦ ਨਾਲ ਜੁੜ, ਜੋ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਰਬ ਕਲਾ ਸੰਪੂਰਨ ਹੈ, ਜੋ ਦਾਤਾ ਹੈ, ਦਤਾਰ ਹੈ। ਭਾਈ ਸਾਨੂੰ ਗੁਰੂ ਜੀ ਸਮਝਾ ਰਹੇ ਆ, ਤੁਸੀਂ ਉਹਦੇ ਨਾਲ ਜੁੜੋ, ਤੁਸੀਂ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਓ। ਕਹੋ ਨਾਨਕ ਹਰ ਭਜ ਮਨਾ, ਜਹ ਬਿਦ ਜਲ ਕੋ ਮੀਨ। ਹੁਣ ਗੁਰੂ ਜੀ ਅੱਗੇ ਸਾਨੂੰ ਜਪਣਾ ਸਮਝਾਉਂਦੇ ਆ। ਪਹਿਲਾਂ ਤਾਂ ਸਾਨੂੰ ਪੁੱਛਦੇ ਆ ਵੀ ਤੂੰ ਇਹ ਦੱਸ ਜਪਦਾ ਕਿਉਂ ਨਹੀਂ? ਤੇ ਇੰਨੇ ਜ਼ਿਆਦਾ ਉਹਨੂੰ ਲੋਕ ਜਪ ਰਹੇ ਆ, ਸਾਰੀ ਸ੍ਰਿਸ਼ਟੀ ਦੇ ਜੀਵ ਜੰਤੂ ਉਹਨੂੰ ਜਪ ਰਹੇ ਆ। ਤੂੰ ਕਿਉਂ ਨਹੀਂ ਜਪ ਰਿਹਾ? ਤੂੰ ਇਹਦਾ ਕਾਰਨ ਦੱਸ। ਜਿਹਦੇ ਵਰਗਾ ਕੋਈ ਦੂਜਾ ਨਹੀਂ, ਤੈਨੂੰ ਉਹਦੇ ਲੜ ਅਸੀਂ ਲਾ ਰਹੇ ਆ, ਪਰ ਤੇਰੀ ਮੱਤ ਕਿੱਥੇ ਖੜੀ ਹੈ? ਤੂੰ ਆਪਣੇ ਮਨ ਨੂੰ ਇੱਧਰ ਕਿਉਂ ਨਹੀਂ ਲਾ ਰਿਹਾ? ਹੁਣ ਗੁਰੂ ਜੀ ਅੱਗੇ ਸਾਨੂੰ ਸਮਝਾਉਂਦੇ ਆ, ਕਹੋ ਨਾਨਕ ਹਰ ਭਜ ਮਨਾ, ਜਹ ਬਿਦ ਜਲ ਕੋ ਮੀਨ। ਕਹੋ ਨਾਨਕ ਦਾ ਅਰਥ ਹੈ ਗੁਰੂ ਤੇਗ ਬਹਾਦਰ ਜੀ ਫਰਮਾਨ ਕਰ ਰਹੇ ਆ, ਓਏ ਮੇਰੇ ਮਨ, ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਤੂੰ ਰੋਜ਼ ਭੋਗਦਾ। ਉਸ ਦਾਤਾਂ ਦੇ ਦੇਣ ਵਾਲੇ ਨੂੰ ਭਜ, ਉਸ ਦਾ ਸਿਮਰਨ ਕਰ, ਉਹਨੂੰ ਆਪਣੀ ਚਿੰਤਾ ਦੇ ਵਿੱਚ ਲੈ ਕੇ ਆ, ਉਹਨੂੰ ਆਪਣੀ ਯਾਦਾਂ ਦੇ ਵਿੱਚ ਲਿਆ, ਉਸ ਦੇ ਗੁਣ ਗਾ ਤੂੰ, ਉਸ ਦਾ ਧੰਨਵਾਦ ਕਰ। ਹੇ ਵਾਹਿਗੁਰੂ, ਸ਼ੁਕਰ ਹੈ ਸੱਚੇ ਪਾਤਸ਼ਾਹ, ਤੂੰ ਮੈਨੂੰ ਮਨੁੱਖਾ ਜਨਮ ਦਿੱਤਾ। ਵਾਹਿਗੁਰੂ ਸ਼ੁਕਰ ਹੈ ਸੱਚੇ ਪਿਤਾ ਜੀਓ, ਤੁਸੀਂ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਹੋ। ਤੁਹਾਡਾ ਕੋਟ ਕੋਟ ਧੰਨਵਾਦ ਵਾਹਿਗੁਰੂ। ਇਹ ਨਿੱਕੀ ਜੀਵਾ ਤੇਰੀ ਉਸਤਤ ਕਰਨ ਦੇ ਯੋਗ ਨਹੀਂ ਵਾਹਿਗੁਰੂ, ਕਿਉਂਕਿ ਤੂੰ ਬਹੁਤ ਵੱਡਾ ਹੈ, ਇਹ ਬਹੁਤ ਛੋਟੀ ਹੈ ਵਾਹਿਗੁਰੂ। ਪਰ ਫਿਰ ਵੀ ਤੇਰਾ ਸ਼ੁਕਰ, ਤੇਰਾ ਸ਼ੁਕਰ, ਤੇਰਾ ਸ਼ੁਕਰ ਵਾਹਿਗੁਰੂ। ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਗੁਰੂ ਜੀ ਕਹਿੰਦੇ ਤੂੰ ਆਈ ਕਰੀ ਜਾ, ਤੂੰ ਉਹਦੇ ਗੁਣ ਹੀ ਗਾਈ ਜਾ ਭਾਈ। ਵਾਹਿਗੁਰੂ ਹੁਣ ਕੋਈ ਅਸੀਂ ਕਿਤੇ ਤੁਰੇ ਜਾਂਦੇ ਹਾਂ ਬਾਜ਼ਾਰ 'ਚ, ਮੰਨ ਲਓ, ਜਾਂ ਅਸੀਂ ਆਂਢ ਗੁਆਂਢ ਗਏ ਹਾਂ, ਸਾਡੇ ਹੱਥ 'ਚੋਂ ਕਦੇ ਕੋਈ ਚੀਜ਼ ਨੀਚੇ ਡਿੱਗ ਜੇ, ਕੋਈ ਚੀਜ਼ ਸਾਡੇ ਹੱਥ 'ਚ ਫੜੀ ਹੋਈ ਹੈ, ਡਿੱਗ ਗਈ, ਸਾਨੂੰ ਕਿਸੇ ਨੇ ਚੱਕ ਕੇ ਫੜਾਤੀ, ਮੰਨ ਲਓ, ਅਸੀਂ ਉਹਦਾ ਕਿੰਨਾ ਧੰਨਵਾਦ ਕਰਦੇ ਹਾਂ। ਅਸੀਂ ਕਹਿੰਦੇ ਹਾਂ ਥੈਂਕ ਯੂ, ਧੰਨਵਾਦ, ਸ਼ੁਕਰ, ਜਾਂ ਕੁਛ ਵੀ ਅਸੀਂ ਬੋਲਦੇ ਹਾਂ, ਦਿਲੋਂ ਅਸੀਂ ਖੁਸ਼ ਹੋ ਜਾਂਦੇ ਹਾਂ ਵੀ ਇਹਨੇ ਸਾਨੂੰ ਚੱਕ ਕੇ ਚੀਜ਼ ਫੜਾਤੀ। ਪਰ ਉਸਨੇ ਪਰਮਾਤਮਾ ਨੇ ਸਾਡੇ ਤੇ ਕਿੱਡੀ ਵੱਡੀ ਕਿਰਪਾ ਕੀਤੀ ਹੈ, ਸਾਨੂੰ ਮਨੁੱਖਾ ਜਨਮ ਦਿੱਤਾ ਹੈ, ਸਾਨੂੰ ਹੱਥ ਪੈਰ ਅੰਗ ਅੱਖਾਂ ਨੱਕ ਸਭ ਕੁਛ ਦਿੱਤਾ ਉਸ ਪ੍ਰਭੂ ਪਰਮਾਤਮਾ ਨੇ। ਸਾਡਾ ਪੇਟ ਵੀ ਭਰਦਾ, ਉਹਨੂੰ ਪੇਟ ਭਰਨ ਦਾ ਵੀ ਫਿਕਰ ਹੈ ਸਾਡਾ ਵਾਹਿਗੁਰੂ, ਪਰ ਸਾਨੂੰ ਕੋਈ ਯਾਦ ਨਹੀਂ ਵਾਹਿਗੁਰੂ। ਮਿਹਰ ਕਰ ਸੱਚੇ ਪਾਤਸ਼ਾਹ, ਸਾਨੂੰ ਕੋਈ ਯਾਦ ਨਹੀਂ। ਅਸੀਂ ਇੱਥੇ ਦੁਨਿਆਵੀ ਤਾਂ ਬੜੇ ਚੰਗੇ ਬਣਦੇ ਆ ਨਾ, ਅਸੀਂ ਲੋਕਾਂ ਦੇ ਸਾਹਮਣੇ ਅਸੀਂ ਬੜਾ ਅਗਲੇ ਦਾ ਸ਼ੁਕਰਾਨਾ ਕਰਦੇ ਹਾਂ। ਜੇ ਕੋਈ ਥੋੜ੍ਹੀ ਜਿਹੀ ਹੈਲਪ ਕਰਦੇ ਅਸੀਂ ਬਹੁਤ ਸ਼ੁਕਰਾਨਾ ਕਰਦੇ ਹਾਂ, ਪਰ ਉਹ ਐਡਾ ਵੱਡਾ ਪਰਮਾਤਮਾ ਜਿਹਨੇ ਐਡੀ ਵੱਡੀ ਕਿਰਪਾ ਕੀਤੀ ਹੈ, ਅਤੇ ਜਿਹਦੇ ਵਰਗਾ ਦੂਜਾ ਕੋਈ ਹੈ ਵੀ ਨਹੀਂ, ਅਤੇ ਜਿਹੜਾ ਦਾਤਾਂ ਦੇ ਕੇ ਸਾਨੂੰ ਸੁਣਾਉਂਦਾ ਵੀ ਨਹੀਂ ਵਾਹਿਗੁਰੂ। ਅਸੀਂ ਕੁਛ ਮਰਜ਼ੀ ਕਰੀ ਜਾਈਏ, ਸਾਡੇ ਮੂੰਹ 'ਚੋਂ ਬੁਰਕੀ ਖੋਂਦਾ ਵੀ ਨਹੀਂ। ਅਸੀਂ ਉਹਦੇ ਨਾਲ ਚਲਾਕੀਆਂ ਕਰੀ ਜਾਈਏ, ਅਸੀਂ ਉਹਦੀ ਨਾਮ ਜਪੀਏ ਨਾ ਜਪੀਏ, ਉਹਦੀ ਵਡਿਆਈ ਕਰੀਏ ਨਾ ਕਰੀਏ, ਉਹ ਕਹਿੰਦਾ ਕੋਈ ਨਹੀਂ ਪੁੱਤ, ਮੈਂ ਆਪਣਾ ਸੁਭਾਅ ਨਹੀਂ ਛੱਡਣਾ, ਤੂੰ ਆਪਦੀ ਮਰਜ਼ੀ ਕਰ।
ਅਸੀਂ ਕਿੱਡੇ ਫਿਰ ਬੇਵਕੂਫ ਹੈ। ਅਸੀਂ ਕਿਉਂ ਨਹੀਂ ਆਪਣੇ ਮਨ ਨੂੰ ਸਮਝਾਉਂਦੇ ਐ ਮੇਰੇ ਮਨ, ਉਹ ਪ੍ਰਭੂ ਪਰਮਾਤਮਾ ਨੇ ਜਿਹਨੇ ਤੈਨੂੰ ਮਨੁੱਖਾ ਜਨਮ ਦਿੱਤਾ, ਉਹ ਨਿਰੰਕਾਰ ਨੇ, ਪਰ ਸਾਨੂੰ ਕੋਈ ਯਾਦ ਨਹੀਂ ਆਉਂਦੀ ਉਹਦੀ। ਅਸੀਂ ਆਪਣੇ ਮਨ ਨੂੰ ਸਮਝਾਉਣਾ, ਜਿਸ ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ, ਤੂੰ ਉਸ ਵਾਹਿਗੁਰੂ ਨੂੰ ਯਾਦ ਕਰ, ਤੂੰ ਉਸ ਅਕਾਲ ਪੁਰਖ ਨੂੰ ਯਾਦ ਕਰਿਆ ਕਰ, ਤੂੰ ਉਸ ਦੇ ਨਾਲ ਲੱਗ, ਤੂੰ ਉਸ ਨੂੰ ਐਂ ਯਾਦ ਕਰ ਜਿਵੇਂ ਇੱਕ ਮਛਲੀ ਯਾਦ ਕਰਦੀ ਹੈ। ਵਾਹਿਗੁਰੂ ਵਾਹਿਗੁਰੂ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਰਿਕਾਰਡਿੰਗ ਵੱਡੀ ਹੋ ਰਹੀ ਹੈ, ਸੋ ਸੱਚੇ ਪਿਤਾ ਵਾਹਿਗੁਰੂ ਮਿਹਰ ਕਰਨ। ਜੋ ਵੀ ਅੱਜ ਗੁਰੂ ਜੀ ਨੇ ਆਪ ਰਸਨਾ ਤੇ ਬੈਠ ਕੇ ਕਰਵਾਇਆ, ਜੋ ਵੀ ਸ਼ਬਦ ਕਰਵਾਇਆ, ਉਸ ਪ੍ਰਭੂ ਪਰਮਾਤਮਾ ਨੇ ਇਸ ਘਟ ਵਿੱਚ ਬੈਠ ਕੇ, ਇਸ ਜੀਭਾ ਤੋਂ ਜੋ ਵੀ ਕਰਵਾ ਰਹੇ ਆ, ਵਾਹਿਗੁਰੂ ਮਿਹਰ ਕਰਨ। ਸੱਚੇ ਪਾਤਸ਼ਾਹ ਸਾਨੂੰ ਸਮਝ ਨਾ ਆ ਜੇ, ਸਾਨੂੰ ਸੁਣਨਾ ਆ ਜੇ, ਸਾਨੂੰ ਆਪਣੀ ਜ਼ਿੰਦਗੀ ਤੇ ਲਾਗੂ ਕਰਨਾ ਆ ਜੇ। ਵਾਹਿਗੁਰੂ ਸਾਡੇ ਤੇ ਇੰਨੀ ਕੁ ਮਿਹਰ ਕਰ ਦੇ ਕਿ ਸਾਨੂੰ ਵਿਵੇਕ ਬੁੱਧੀ ਦੇ ਦੇ। ਸੱਚੇ ਪਿਤਾ ਮਿਹਰ ਕਰੋ ਵਾਹਿਗੁਰੂ, ਦਇਆ ਕਰੋ। ਸੋ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸ਼ਬਦ ਦਾ ਪਾਠ ਕਰਦਿਆਂ, ਵਿਚਾਰਾਂ ਕਰਦਿਆਂ ਬਹੁਤ ਗਲਤੀਆਂ ਹੋ ਜਾਂਦੀਆਂ ਜੀ। ਕਿਰਪਾ ਕਰਕੇ ਮਾਫ਼ ਕਰਨਾ। ਗੁਰੂ ਤੇ ਸੰਗਤ ਬਖਸ਼ਣ ਦੇ ਯੋਗ ਹੈ। ਹੇ ਸੱਚੇ ਪਿਤਾ ਜੀਓ, ਅੱਗੇ ਤੋਂ ਗੁਰਬਾਣੀ ਸ਼ੁੱਧ ਸਪਸ਼ਟ ਪੜ੍ਹਨ ਦੀ ਤਾਕਤ ਬਖਸ਼ੋ। ਵਾਹਿਗੁਰੂ ਮਿਹਰ ਕਰੋ, ਮਿਹਰ ਕਰੋ, ਮਿਹਰਾਂ ਦੇ ਦਾਤੇ ਦਇਆ ਕਰੋ। ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।